ਮੈਂ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਜਿਵੇਂ ਹੀ ਮੈਂ ਭਾਰਤ ਆਇਆ ਤਾਂ ਮੈਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਚਿੰਤਾ ਹੋ ਗਈ। ਪਰ ਘਰ ਵਿੱਚ ਤਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਤਮਾਸ਼ਾ ਹੁੰਦਾ ਰਹਿੰਦਾ ਸੀ। ਜਦੋਂ ਵੀ ਮੈਂ ਬਾਹਰੋਂ ਥੱਕ ਕੇ ਘਰ ਆਉਂਦਾ ਤਾਂ ਮੇਰੀ ਮਾਂ ਮੇਰੇ ਸਾਹਮਣੇ ਆਪਣਾ ਦੁੱਖ ਲੈ ਕੇ ਬੈਠ ਜਾਂਦੀ ਕਿ ਤੇਰੇ ਘਰ ਵਾਲੀ ਘਰ ਨਹੀਂ ਬੈਠਦੀ, ਉਹ ਹਮੇਸ਼ਾ ਗੁਆਂਢੀਆਂ ਕੋਲ ਜਾ ਕੇ ਬੈਠਦੀ ਆ, ਨਾ ਘਰ ਦਾ ਖਿਆਲ ਰੱਖਦੀ ਆ ਨਾ ਬੱਚੇ ਦਾ। ਜਦੋਂ ਦੇਖੋ ਤਾਂ ਗੁਆਂਢ ਦੇ ਘਰ ਵਿੱਚ ਬੈਠੀ ਰਹਿੰਦੀ ਆ ਤੇ ਇਹ ਬਿਲਕੁਲ ਸੱਚ ਵੀ ਸੀ। ਮੈਂ ਜਦੋਂ ਵੀ ਘਰ ਆਉਂਦਾ ਤਾਂ ਮੇਰੀ ਪਤਨੀ ਵੰਸ਼ਿਕਾ ਗੁਆਂਢੀਆਂ ਦੇ ਘਰ ਵਿੱਚ ਹੀ ਹੁੰਦੀ ਸੀ। ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਨੂੰ ਇੱਕ ਗਲਾਸ ਪਾਣੀ ਦਾ ਪਿਆ ਦੇ। ਸਾਰੇ ਘਰ 'ਤੇ ਨਜ਼ਰ ਮਾਰੀ ਤਾਂ ਸਾਰਾ ਘਰ ਖਿਲਰਿਆ ਪਿਆ ਸੀ। ਮੇਰੀ ਮਾਂ ਨੇ ਕਿਹਾ ਕਿ ਬੇਟਾ ਤੂੰ ਵੰਸ਼ਿਕਾ ਨਾਲ ਗੱਲ ਕਿਉਂ ਨਹੀਂ ਕਰਦਾ, ਤੂੰ ਘਰ ਦਾ ਥੋੜ੍ਹਾ ਖਿਆਲ ਰੱਖਿਆ ਕਰ, ਤੂੰ ਤਾਂ ਆਪਣੀ ਪਤਨੀ ਨੂੰ ਬਹੁਤ ਸਿਰ ਚੜ੍ਹਾ ਰੱਖਿਆ। ਮਾਂ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੰਮੀ, ਇਹ ਸਭ ਗੱਲਾਂ ਤੁਸੀਂ ਵੀ ਵੰਸ਼ਿਕਾ ਨੂੰ ਕਹਿ ਸਕਦੇ ਹੋ ਨਾ। ਮੈਂ ਸਾਰਾ ਦਿਨ ਥੱਕਿਆ ਹੋਇਆ ਘਰ ਆਉਂਦਾ ਹਾਂ, ਮੈਨੂੰ ਵੀ ਘਰ ਵਿੱਚ ਸ਼ਾਂਤੀ ਚਾਹੀਦੀ ਆ। ਲੈ ਭਾਈ, ਇਹ ਤੂੰ ਠੀਕ ਕਿਹਾ, ਤੇਰੀ ਪਤਨੀ ਕਿੱਥੇ ਮੈਨੂੰ ਕੁਝ ਸਮਝਦੀ ਆ। ਬੱਚਾ ਘਰ ਵਿੱਚ ਗੰਦਾ ਘੁੰਮ ਰਿਹਾ, ਘਰ ਵਿੱਚ ਖਰਾਬ ਹਾਲਤ ਆ, ਖਾਣਾ ਅਜੇ ਬਣਿਆ ਨਹੀਂ, ਤੇਰੀ ਪਤਨੀ ਮੂੰਹ 'ਤੇ ਸੁਰਖੀ ਪਾਊਡਰ ਲਾ ਕੇ ਗੁਆਂਢੀਆਂ ਦੇ ਘਰ ਬੈਠੀ ਆ। ਤੂੰ ਇਹ ਸਭ ਪਤਨੀ ਨੂੰ ਸਮਝਾਉਣ ਦੀ ਬਜਾਏ ਉਲਟਾ ਤੂੰ ਮੇਰੇ 'ਤੇ ਹੀ ਬਰਸ ਰਿਹਾ ਏ। ਮੰਮੀ ਗੁੱਸੇ ਵਿੱਚ ਤਪੀ ਬੈਠੀ ਸੀ। ਮਾਂ ਦੀ ਗੱਲ ਸੁਣ ਕੇ ਮੈਂ ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜ ਲਿਆ। ਮੈਂ ਇਸ ਰੋਜ਼-ਰੋਜ਼ ਦੀ ਚਿਕ-ਚਿਕ ਤੋਂ ਤੰਗ ਆ ਗਿਆ ਸੀ। ਫਿਰ ਵੰਸ਼ਿਕਾ ਘਰ ਵਿੱਚ ਦਾਖਲ ਹੋਈ, ਮੁਸਕਰਾਉਂਦੇ ਹੋਏ। ਸੋਹਣਾ ਸੂਟ ਪਾਇਆ ਹੋਇਆ, ਹਲਕਾ ਮੇਕਅਪ ਸੀ। ਮੰਮੀ ਵੰਸ਼ਿਕਾ ਨੂੰ ਦੇਖ ਕੇ ਫਿਰ ਸ਼ੁਰੂ ਹੋ ਗਈ। ਖੁਦ ਹੀ ਆਪਣੀਆਂ ਅੱਖਾਂ ਨਾਲ ਦੇਖ ਘਰ ਦੀ ਹਾਲਤ ਤੇ ਆਪਣੀ ਪਤਨੀ ਨੂੰ ਦੇਖ। ਘਰ ਵਿੱਚ ਪੈਰ ਵੀ ਨਹੀਂ ਰੱਖਿਆ ਜਾਂਦਾ ਤੇ ਮਹਾਰਾਣੀ ਇਸ ਤਰ੍ਹਾਂ ਤਿਆਰ ਹੋ ਕੇ ਆ ਰਹੀ ਆ ਜਿਵੇਂ ਕਿਸੇ ਦੇ ਵਿਆਹ ਵਿੱਚ ਜਾਣਾ ਹੋਵੇ। ਇੱਕ ਦਿਨ ਚੰਗੇ ਗੁੱਲ ਨਾ ਖਵਾਏ ਤਾਂ ਕਹਿਣਾ। ਵੰਸ਼ਿਕਾ ਦੇ ਹੱਥ ਵਿੱਚ ਇੱਕ ਵੱਡਾ ਕਟੋਰਾ ਸੀ। ਉਸ ਨੇ ਕਟੋਰਾ ਮੇਜ਼ 'ਤੇ ਰੱਖ ਦਿੱਤਾ। ਇੰਨੀ ਦੇਰ ਵਿੱਚ ਮਾਂ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ। ਉੱਚੀ ਆਵਾਜ਼ ਵਿੱਚ ਕਿਹਾ, ਵੰਸ਼ਿਕਾ ਤੂੰ ਇਸ ਸਮੇਂ ਕਿੱਥੋਂ ਆ ਰਹੀ ਏ? ਵੰਸ਼ਿਕਾ ਨੇ ਕਿਹਾ, ਤੁਸੀਂ ਆਰਾਮ ਨਾਲ ਵੀ ਤਾਂ ਬੋਲ ਸਕਦੇ ਹੋ, ਮੈਂ ਬੋਲੀ ਨਹੀਂ ਹਾਂ। ਫਿਰ ਉਸ ਨੇ ਮੇਰੇ ਬੇਟੇ ਸੋਨੂ ਨੂੰ ਕਿਹਾ, ਸੋਨੂ ਬੇਟਾ ਜਲਦੀ ਪਲੇਟ ਰੱਖ ਦੇ, ਮੈਂ ਰੋਟੀ ਬਣਾ ਲਵਾਂ। ਉਸ ਨੇ ਮੈਨੂੰ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਰਸੋਈ ਵਿੱਚ ਚਲੀ ਗਈ। ਮੰਮੀ ਨੂੰ ਇੱਕ ਹੋਰ ਮੌਕਾ ਮਿਲ ਗਿਆ। ਉਹ ਕਹਿਣ ਲੱਗੀ, ਆਪਣੀ ਪਤਨੀ ਦਾ ਰਵੱਈਆ ਦੇਖ, ਇੱਕ ਦਿਨ ਤੇਰਾ ਨੱਕ ਵੱਢ ਕੇ ਰਹੂਗੀ, ਤੈਨੂੰ ਬਦਨਾਮ ਕਰੇਗੀ, ਉਦੋਂ ਤੈਨੂੰ ਸਮਝ ਆਊਗਾ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਥੋੜ੍ਹਾ ਜਿਹਾ ਖਿੱਚ ਗਿਆ ਤੇ ਉੱਚੀ ਆਵਾਜ਼ ਵਿੱਚ ਕਿਹਾ, ਬਸ ਕਰ ਮਾਂ, ਮੈਂ ਇਸ ਰੋਜ਼-ਰੋਜ਼ ਦੀ ਕਹਾਣੀ ਤੋਂ ਤੰਗ ਆ ਗਿਆ। ਮੰਮੀ ਨੇ ਕਿਹਾ, ਠੀਕ ਆ, ਹੁਣ ਤੂੰ ਮੇਰੀ ਗੱਲ ਨਾ ਸੁਣ ਤੇ ਤੈਨੂੰ ਬਾਅਦ ਵਿੱਚ ਸਮਝ ਆਊਗਾ। ਹੁਣ ਤੂੰ ਬਣਿਆ ਰਹਿ ਜੋਰੂ ਦਾ ਗੁਲਾਮ। ਇੰਨੇ ਸਮੇਂ ਵਿੱਚ ਵੰਸ਼ਿਕਾ ਨੇ ਰੋਟੀਆਂ ਬਣਾ ਲਈਆਂ ਤੇ ਉਹ ਰੋਟੀਆਂ ਨੂੰ ਡਾਈਨਿੰਗ ਟੇਬਲ 'ਤੇ ਲੈ ਆਈ। ਰੋਟੀਆਂ 'ਤੇ ਸਲਾਦ ਦੀ ਪਲੇਟ ਰੱਖਣ ਲੱਗੀ। ਨਾਲ ਹੀ ਉਸ ਨੇ ਕਿਹਾ, ਜਲਦੀ ਆਓ, ਖਾਣਾ ਖਾ ਲਓ, ਮੈਨੂੰ ਵੀ ਭੁੱਖ ਲੱਗੀ ਹੈ। ਅਸੀਂ ਸਾਰੇ ਆ ਕੇ ਡਾਈਨਿੰਗ ਟੇਬਲ 'ਤੇ ਬੈਠ ਕੇ ਖਾਣਾ ਸ਼ੁਰੂ ਕਰ ਦਿੱਤਾ। ਸ਼ਾਇਦ ਵੰਸ਼ਿਕਾ ਖਾਣਾ ਪਕਾ ਕੇ ਗਈ ਸੀ ਕਿਉਂਕਿ ਉਸ ਨੇ ਆ ਕੇ ਰੋਟੀਆਂ ਹੀ ਬਣਾਈਆਂ ਸੀ, ਕਿਉਂਕਿ ਸਲਾਦ, ਰਾਇਤਾ, ਚਟਣੀ, ਸਬਜ਼ੀ ਡਾਈਨਿੰਗ ਟੇਬਲ 'ਤੇ ਮੌਜੂਦ ਸਨ। ਫਿਰ ਮੇਰੀ ਨਜ਼ਰ ਉਸ ਕਟੋਰੇ 'ਤੇ ਪਈ ਜੋ ਵੰਸ਼ਿਕਾ ਆਪਣੇ ਨਾਲ ਲੈ ਕੇ ਆਈ ਸੀ। ਡਾਈਨਿੰਗ ਟੇਬਲ 'ਤੇ ਸਬਜ਼ੀ ਉਸੇ ਕਟੋਰੇ ਵਿੱਚ ਰੱਖੀ ਹੋਈ ਸੀ। ਮੈਂ ਵੰਸ਼ਿਕਾ ਨੂੰ ਪੁੱਛਿਆ, ਤੂੰ ਇਹ ਕਟੋਰੇ ਵਿੱਚ ਆਪਣੇ ਨਾਲ ਲੈ ਕੇ ਆਈ ਸੀ? ਇਸ ਦਾ ਮਤਲਬ ਤੂੰ ਇਹ ਸਬਜ਼ੀ ਗੁਆਂਢੀਆਂ ਤੋਂ ਲੈ ਕੇ ਆਈ ਏ? ਵੰਸ਼ਿਕਾ ਮੇਰੀ ਗੱਲ ਸੁਣ ਕੇ ਥੋੜ੍ਹਾ ਘਬਰਾ ਗਈ। ਉਸ ਨੇ ਕਿਹਾ, ਹਾਂ, ਤੁਸੀਂ ਜਾਣਦੇ ਹੋ ਕਿ ਸਾਡੀ ਗੁਆਂਢਣ ਰੀਮਾ ਕਿੰਨੀ ਚੰਗੀ ਕੁੜੀ ਹੈ। ਬਸ ਉਂਝ ਹੀ ਉਸ ਦਾ ਹਾਲ ਪੁੱਛਣ ਗਈ ਸੀ। ਗੱਲਾਂ-ਗੱਲਾਂ ਵਿੱਚ ਟਾਈਮ ਦਾ ਪਤਾ ਨਹੀਂ ਲੱਗਾ ਤਾਂ ਯਾਦ ਆਇਆ ਕਿ ਘਰ ਵਿੱਚ ਖਾਣਾ ਵੀ ਨਹੀਂ ਬਣਿਆ ਹੈ। ਬਸ ਉਸ ਨੇ ਪਿਆਰ ਨਾਲ ਆਪਣੇ ਘਰ ਬਣੀ ਸਬਜ਼ੀ ਵਿੱਚੋਂ ਅੱਧੀ ਮੈਨੂੰ ਦੇ ਦਿੱਤੀ ਤੇ ਅੱਧੀ ਸਬਜ਼ੀ ਖੁਦ ਖਾ ਲਈ। ਇਹ ਕਹਿ ਕੇ ਵੰਸ਼ਿਕਾ ਨੇ ਝੱਟ ਪਾਣੀ ਦਾ ਜੱਗ ਚੁੱਕਿਆ ਤੇ ਮੱਥੇ ਦਾ ਪਸੀਨਾ ਪੂੰਝਦੀ ਹੋਈ ਰਸੋਈ ਵੱਲ ਚਲੀ ਗਈ। ਸ਼ਾਇਦ ਉਹ ਮੇਰੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਜੇ ਉਹ ਕੁਝ ਸਮਾਂ ਹੋਰ ਠਹਿਰਦੀ ਤਾਂ ਸ਼ਾਇਦ ਉਸ ਦੀ ਚੋਰੀ ਫੜੀ ਜਾ ਸਕਦੀ ਸੀ। ਇਹ ਸੋਚ ਕੇ ਉਹ ਸ਼ਾਇਦ ਝੱਟ ਰਸੋਈ ਵਿੱਚ ਚਲੀ ਗਈ। ਮੈਂ ਉਹਨਾਂ ਆਦਮੀਆਂ ਵਿੱਚੋਂ ਨਹੀਂ ਸੀ ਜੋ ਆਪਣੀ ਪਤਨੀ 'ਤੇ ਸ਼ੱਕ ਕਰਨ, ਪਰ ਵੰਸ਼ਿਕਾ ਦੀਆਂ ਹਰਕਤਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ।
ਅੱਜ ਪਹਿਲੀ ਵਾਰ ਮੈਂ ਉਸ ਦੀ ਹਰਕਤ 'ਤੇ ਹੈਰਾਨ ਸੀ। ਕੁਝ ਮੰਮੀ ਦੀਆਂ ਗੱਲਾਂ ਦਾ ਅਸਰ ਸੀ ਤੇ ਕੁਝ ਵੰਸ਼ਿਕਾ ਦੀਆਂ ਹਰਕਤਾਂ ਦਾ। ਮੈਂ ਮਨ ਵਿੱਚ ਫੈਸਲਾ ਕੀਤਾ ਕਿ ਮੈਂ ਵੰਸ਼ਿਕਾ ਨੂੰ ਗੁਆਂਢ ਵਿੱਚ ਨਾ ਜਾਣ ਲਈ ਕਹਾਂਗਾ ਤੇ ਰਾਤ ਨੂੰ ਜਦੋਂ ਮੈਂ ਵੰਸ਼ਿਕਾ ਨੂੰ ਇਹੀ ਗੱਲ ਕਹੀ ਤਾਂ ਉਸਨੇ ਬੜੇ ਗੁੱਸੇ ਵਿੱਚ ਕਿਹਾ, ਖੁਦ ਤਾਂ ਆਪ 5 ਸਾਲ ਵਿਦੇਸ਼ ਵਿੱਚ ਰਹਿ ਕੇ ਆਏ ਹੋ। ਵਿਆਹ ਤੋਂ ਕੁਝ ਮਹੀਨੇ ਬਾਅਦ ਮੈਨੂੰ ਇਕੱਲੀ ਛੱਡ ਕੇ ਚਲੇ ਗਏ ਸੀ। ਤੁਸੀਂ ਮੇਰੀ ਬਿਲਕੁਲ ਪਰਵਾਹ ਨਹੀਂ ਕੀਤੀ। ਸਿਰਫ ਮੈਂ ਹੀ ਜਾਣਦੀ ਹਾਂ ਕਿ ਮੈਂ ਆਪਣਾ ਸਮਾਂ ਇਕੱਲਾ ਕਿਵੇਂ ਬਿਤਾਇਆ। ਇਹ ਕਹਿ ਕੇ ਵੰਸ਼ਿਕਾ ਰੋਣ ਲੱਗ ਪਈ। ਫਿਰ ਉਹ ਰੋਂਦੀ ਹੋਈ ਬੋਲੀ, ਤੇਰੀ ਮਾਂ ਹਰ ਸਮੇਂ ਸਿਰਫ ਕੌੜੀਆਂ ਤਿੱਖੀਆਂ ਗੱਲਾਂ ਹੀ ਸੁਣਾਉਂਦੀ ਰਹਿੰਦੀ ਆ। ਘਰ ਵਿੱਚ ਪਈ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੀ ਤੇ ਇਸੇ ਲਈ ਮੈਂ ਆਂਢ ਗੁਆਂਢ ਦੀਆਂ ਔਰਤਾਂ ਨਾਲ ਆਪਣਾ ਦਿਲ ਲਾ ਲਿਆ। ਸਾਰਾ ਘਰ ਮੈਂ ਹੀ ਸੰਭਾਲਦੀ ਹਾਂ। ਤੁਹਾਨੂੰ ਤੇ ਤੁਹਾਡੀ ਮਾਂ ਨੂੰ ਇਹ ਨਹੀਂ ਦਿਖਦਾ। ਜੇ ਮੈਂ ਕੁਝ ਦੇਰ ਲਈ ਆਂਢ ਗੁਆਂਢ ਵਿੱਚ ਚਲੀ ਜਾਵਾਂ ਤਾਂ ਤੁਹਾਨੂੰ ਨਜ਼ਰ ਆ ਜਾਂਦਾ ਹੈ। ਵੰਸ਼ਿਕਾ ਜੋ ਵੀ ਕਹਿ ਰਹੀ ਸੀ ਉਹ ਸੱਚ ਕਹਿ ਰਹੀ ਸੀ। ਮੇਰੀ ਮਾਂ ਦਾ ਸੁਭਾਅ ਥੋੜ੍ਹਾ ਤਿੱਖਾ ਸੀ ਤੇ ਫਿਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਮੈਂ ਵੰਸ਼ਿਕਾ ਨੂੰ ਇਕੱਲੇ ਛੱਡ ਕੇ ਪੈਸੇ ਕਮਾਉਣ ਲਈ ਅਮਰੀਕਾ ਚਲਾ ਗਿਆ। ਮੈਂ ਵੰਸ਼ਿਕਾ ਨੂੰ ਪਿਆਰ ਨਾਲ ਚੁੱਪ ਕਰਵਾਇਆ। ਮੇਰੇ ਥੋੜ੍ਹਾ ਜਿਹਾ ਮਨਾਉਣ ਤੋਂ ਬਾਅਦ ਉਹ ਵੀ ਮੰਨ ਗਈ। ਅਗਲੇ ਦਿਨ ਛੁੱਟੀ ਸੀ, ਇਸ ਲਈ ਮੈਂ ਦੇਰ ਤੱਕ ਸੌਣ ਦਾ ਇਰਾਦਾ ਕੀਤਾ। ਪਰ ਸਵੇਰੇ ਸੋਨੂ ਦੇ ਰੋਣ ਦੀ ਆਵਾਜ਼ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਨੂੰ ਬਹੁਤ ਗੁੱਸਾ ਆਇਆ ਤੇ ਗੁੱਸੇ ਨਾਲ ਬਾਹਰ ਆ ਗਿਆ। ਵੰਸ਼ਿਕਾ ਨੂੰ ਆਵਾਜ਼ ਮਾਰਨ ਲੱਗਾ। ਮੇਰੀ ਮੰਮੀ ਸਾਹਮਣੇ ਸੋਫੇ 'ਤੇ ਬੈਠੀ ਸੀ। ਮੈਨੂੰ ਦੇਖ ਕੇ ਕਹਿਣ ਲੱਗੀ, ਵੰਸ਼ਿਕਾ ਵੰਸ਼ਿਕਾ ਕੀ ਚਲਾ ਰਿਹਾ ਏ? ਜੇ ਉਹ ਘਰ ਵਿੱਚ ਹੋਵੇਗੀ ਤਾਂ ਹੀ ਆਵਾਜ਼ ਸੁਣੇਗੀ। ਉਹ ਸਵੇਰੇ ਸੈਰ ਲਈ ਘਰ ਤੋਂ ਨਿਕਲ ਗਈ ਹੈ। ਉਸ ਨੂੰ ਨਾ ਘਰ ਦੀ ਪਰਵਾਹ ਹੈ ਤੇ ਨਾ ਬੱਚੇ ਦੀ। ਬੱਚਾ ਭੁੱਖ ਨਾਲ ਰੋ ਰਿਹਾ ਹੈ। ਸੋਨੂ ਨੂੰ ਇਸ ਤਰ੍ਹਾਂ ਰੋਂਦੇ ਦੇਖ ਮੈਨੂੰ ਵੰਸ਼ਿਕਾ 'ਤੇ ਗੁੱਸਾ ਆ ਗਿਆ। ਇੱਕ ਤਾਂ ਨੀਂਦ 'ਚੋਂ ਹੁਣੇ ਜਾਗਿਆ ਹੀ ਸੀ, ਉੱਤੋਂ ਸੋਨੂ ਦਾ ਰੋਣਾ ਤੇ ਮਾਂ ਦੀਆਂ ਗੱਲਾਂ ਨੇ ਘਿਓ ਵਾਂਗ ਕੰਮ ਕੀਤਾ। ਮੈਂ ਗੁੱਸੇ ਨਾਲ ਪੁੱਛਿਆ, ਮੰਮੀ ਵੰਸ਼ਿਕਾ ਕਿੱਥੇ ਗਈ ਆ? ਮੰਮੀ ਨੇ ਕਿਹਾ, ਦੱਸੀ ਤਾਂ ਜਾ ਰਹੀ ਆ ਕਿ ਉਹ ਸਵੇਰੇ ਸੈਰ ਲਈ ਨਿਕਲੀ ਆ। ਮਹਾਰਾਣੀ ਉੱਪਰ ਛੱਤ 'ਤੇ ਹੋਵੇਗੀ। ਜਦੋਂ ਵੀ ਦੇਖੋ ਜਾਂ ਤਾਂ ਉਹ ਗੁਆਂਢੀਆਂ ਦੇ ਘਰ ਜਾਂਦੀ ਹੈ ਜਾਂ ਉੱਪਰ ਛੱਤ 'ਤੇ ਲਟਕ ਕੇ ਗੁਆਂਢੀਆਂ ਨਾਲ ਗੱਲਾਂ ਕਰਦੀ ਰਹਿੰਦੀ ਹੈ। ਉਸ ਨੂੰ ਨਾ ਤਾਂ ਭੁੱਖ ਨਾਲ ਤੜਫ ਰਹੇ ਬੱਚੇ ਦੀ ਪਰਵਾਹ ਹੈ, ਨਾ ਹੀ ਉਸ ਨੂੰ ਮੇਰੀ ਪਰਵਾਹ ਹੈ। ਇਹ ਕਹਿ ਕੇ ਮਾਂ ਰੋਣ ਲੱਗ ਪਈ। ਬਹੁਤ ਸਾਰੀਆਂ ਇੱਛਾਵਾਂ ਨਾਲ ਉਸ ਨੂੰ ਨੂੰਹ ਬਣਾ ਕੇ ਲਿਆਈ ਸੀ। ਮੈਂ ਸੋਚਿਆ ਸੀ ਕਿ ਮੇਰੀ ਨੂੰਹ ਘਰ ਆ ਜਾਵੇਗੀ ਤਾਂ ਮੈਨੂੰ ਕੁਝ ਆਰਾਮ ਮਿਲੇਗਾ, ਪਰ ਉਸਨੇ ਤਾਂ ਮੇਰਾ ਜੀਣਾ ਹੀ ਆਰਾਮ ਕਰ ਦਿੱਤਾ। ਮੈਂ ਕੀ ਦੱਸਾਂ ਰੋਹਿਤ ਪੁੱਤਰ, ਜਦੋਂ ਤੋਂ ਅਮਰੀਕਾ ਚਲਾ ਗਿਆ ਸੀ ਮੈਂ ਇਹ ਦਿਨ ਕਿਵੇਂ ਰੋ ਰੋ ਕੇ ਗੁਜ਼ਾਰੇ ਨੇ। ਪਹਿਲਾਂ ਤਾਂ ਮੈਂ ਮਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੱਤਾ, ਪਰ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਿਆ। ਪਹਿਲਾਂ ਤਾਂ ਮੈਂ ਆਪਣਾ ਕਾਰੋਬਾਰ ਸੈੱਟ ਕਰਨ ਵਿੱਚ ਰੁੱਝਿਆ ਹੋਇਆ ਸੀ, ਇਸ ਲਈ ਮੈਂ ਮੰਮੀ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਸੀ ਦਿੰਦਾ। ਪਰ ਜਿਵੇਂ ਸਮਾਂ ਮਿਲ ਰਿਹਾ ਸੀ, ਮੰਮੀ ਦੀਆਂ ਗੱਲਾਂ ਨੇ ਮੇਰੇ ਮਨ ਵਿੱਚ ਨਵੇਂ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਸੀ। ਉਦੋਂ ਹੀ ਮੈਂ ਵੰਸ਼ਿਕਾ ਨੂੰ ਛੱਤ ਤੋਂ ਹੇਠਾਂ ਆਉਂਦੇ ਦੇਖਿਆ। ਅੱਜ ਵੀ ਵੰਸ਼ਿਕਾ ਬਹੁਤ ਵਧੀਆ ਢੰਗ ਨਾਲ ਤਿਆਰ ਹੋਈ ਸੀ। ਉਸ ਨੇ ਮੇਰੀ ਪਸੰਦ ਦਾ ਲਾਲ ਸੂਟ ਪਾਇਆ ਹੋਇਆ ਸੀ ਤੇ ਮੈਚਿੰਗ ਚੂੜੀਆਂ ਵੀ ਬਹੁਤ ਸੋਹਣੀਆਂ ਲੱਗ ਰਹੀਆਂ ਸੀ। ਪਰ ਅੱਜ ਮੈਂ ਉਸ ਦੀ ਸੁੰਦਰਤਾ ਦੇ ਜਾਲ ਵਿੱਚ ਫਸਣ ਵਾਲਾ ਨਹੀਂ ਸੀ। ਮੈਂ ਦੇਖਿਆ ਕਿ ਅੱਜ ਵੀ ਉਸ ਦੇ ਹੱਥਾਂ ਵਿੱਚ ਇੱਕ ਕਟੋਰਾ ਸੀ, ਜਿਸ ਉੱਤੇ ਇੱਕ ਕੱਪੜਾ ਪਾਇਆ ਹੋਇਆ ਸੀ। ਉਹ ਤੇਜ਼ੀ ਨਾਲ ਰਸੋਈ ਵੱਲ ਜਾ ਰਹੀ ਸੀ। ਇਸ ਲਈ ਮੈਂ ਥੋੜ੍ਹੇ ਗੁੱਸੇ ਨਾਲ ਪੁੱਛਿਆ, ਅੱਜ ਇਸ ਕਟੋਰੇ ਵਿੱਚ ਕੀ ਲੈ ਕੇ ਆਈ ਆਂ? ਮੇਰੇ ਪੁੱਛਣ 'ਤੇ ਉਹ ਥੋੜ੍ਹੀ ਘਬਰਾ ਗਈ ਤੇ ਬੋਲੀ, ਚੀਨੀ ਲੈ ਕੇ ਆਈ ਆਂ। ਤੁਸੀਂ ਸਵੇਰੇ ਸੋ ਰਹੀ ਸੀ ਤੇ ਤੁਹਾਡਾ ਬਹੁਤ ਦੇਰ ਤੱਕ ਸੌਣ ਦਾ ਇਰਾਦਾ ਸੀ। ਘਰ ਵਿੱਚ ਖੰਡ ਨਹੀਂ ਸੀ, ਇਸ ਲਈ ਮੈਂ ਸੋਚਿਆ ਕਿ ਗੁਆਂਢ ਤੋਂ ਲੈ ਲਵਾਂ। ਨੂੰ ਤੂੰ 1 ਘੰਟੇ ਤੋਂ ਚੀਨੀ ਹੀ ਮੰਗ ਰਹੀ ਸੀ? ਮੰਮੀ ਨੇ ਉਸ ਨੂੰ ਤਾਨਾ ਮਾਰਿਆ। ਮਾਂ ਦੇ ਪੁੱਛਣ 'ਤੇ ਮੈਂ ਵੀ ਸਵਾਲ ਭਰੀਆਂ ਨਜ਼ਰਾਂ ਵੰਸ਼ਿਕਾ ਵੱਲ ਉਠਾ ਦਿੱਤੀਆਂ। ਵੰਸ਼ਿਕਾ ਸਾਡੇ ਦੋਵਾਂ ਦੇ ਸਵਾਲਾਂ ਤੋਂ ਪੂਰੀ ਤਰ੍ਹਾਂ ਘਬਰਾ ਗਈ ਤੇ ਆਪਣੇ ਆਪ ਨੂੰ ਬਚਾਉਂਦੀ ਹੋਈ ਨੇ ਕਿਹਾ, ਹਾਂ ਕੁਝ ਸਮਾਂ ਲੱਗ ਗਿਆ। ਫਿਰ ਕੀ ਹੋਇਆ? ਇਸ ਗੱਲ ਨੂੰ ਇੰਨੀ ਅਹਿਮੀਅਤ ਦੇਣ ਦਾ ਕੀ ਮਤਲਬ ਹੈ? ਫਿਰ ਮੈਨੂੰ ਆਂਢ ਗੁਆਂਢ ਵਿੱਚ ਜਾ ਕੇ ਸ਼ੱਕਰ ਮੰਗਣ ਦੀ ਕੀ ਲੋੜ ਹੈ? ਮੰਮੀ ਜੀ, ਤੁਹਾਨੂੰ ਤਾਂ ਸਵੇਰੇ ਚਾਹ ਪੀਣ ਦੀ ਆਦਤ ਹੈ, ਇਸ ਲਈ ਮੈਂ ਮੰਗਣ ਚਲੀ ਗਈ। ਪਰ ਤੁਸੀਂ ਤਾਂ ਹਰ ਗੱਲ ਦਾ ਪਹਾੜ ਬਣਾ ਦਿੰਦੇ ਹੋ। ਮੈਂ ਤੁਹਾਡੀ ਕਿੰਨੀ ਵੀ ਸੇਵਾ ਕਰ ਲਵਾਂ, ਤੁਹਾਨੂੰ ਮੇਰੀ ਸੇਵਾ ਬਿਲਕੁਲ ਨਹੀਂ ਦਿਖਦੀ। ਸਿਰਫ ਮੇਰੇ ਕੰਮਾਂ ਵਿੱਚ ਕਮੀਆਂ ਹੀ ਲੱਭਣੀਆਂ ਆਉਂਦੀਆਂ ਨੇ। ਇਹ ਕਹਿ ਕੇ ਵੰਸ਼ਿਕਾ ਤੇਜ਼ੀ ਨਾਲ ਰਸੋਈ ਵੱਲ ਵਧੀ ਤੇ ਫਿਰ ਮੰਮੀ ਸ਼ੁਰੂ ਹੋ ਗਈ। ਦੇਖਿਆ ਤੇਰੀ ਪਤਨੀ ਮੇਰੇ ਨਾਲ ਕਿਸ ਤਰ੍ਹਾਂ ਗੱਲਾਂ ਕਰਦੀ ਆ। ਤੇਰੀ ਤਾਂ ਬਿਲਕੁਲ ਵੀ ਇੱਜ਼ਤ ਨਹੀਂ ਕਰਦੀ।
ਮੰਮੀ ਬੁੜਬੁੜਾਉਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਅੱਜ ਵੰਸ਼ਿਕਾ ਦਾ ਮੇਰੇ ਤੋਂ ਇਸ ਤਰ੍ਹਾਂ ਆਪਣੀਆਂ ਨਜ਼ਰਾਂ ਚੁਰਾਉਣਾ ਮੈਨੂੰ ਸ਼ੱਕ ਵਿੱਚ ਪਾ ਗਿਆ। ਜਦੋਂ ਮੇਰੇ ਮੋਬਾਈਲ ਫੋਨ ਦੀ ਘੰਟੀ ਵੱਜੀ ਤਾਂ ਮੇਰਾ ਧਿਆਨ ਵੰਸ਼ਿਕਾ ਤੋਂ ਹਟ ਕੇ ਮੋਬਾਈਲ ਫੋਨ ਵੱਲ ਚਲਾ ਗਿਆ। ਮੇਰੀ ਕੰਪਨੀ ਵਿੱਚ ਕੰਮ ਕਰਦੇ ਇੱਕ ਵਰਕਰ ਦਾ ਫੋਨ ਆਇਆ ਸੀ। ਮੈਂ ਉਸ ਨਾਲ ਗੱਲਾਂ ਕਰਨ ਲੱਗਾ। ਵੰਸ਼ਿਕਾ ਨੇ ਨਾਸ਼ਤੇ ਲਈ ਆਲੂ ਪਰਾਂਠੇ ਬਣਾਏ ਸਨ। ਜਦੋਂ ਅਸੀਂ ਸਾਰੇ ਬੈਠ ਕੇ ਨਾਸ਼ਤਾ ਕਰ ਰਹੇ ਸੀ, ਫਿਰ ਵੰਸ਼ਿਕਾ ਨੇ ਇੱਕ ਪਲੇਟ ਵਿੱਚ 4-5 ਪਰੌਂਠੇ ਰੱਖੇ। ਇੱਕ ਕਟੋਰੀ ਵਿੱਚ ਹਰੀ ਚਟਣੀ ਤੇ ਦੂਜੇ ਕਟੋਰੇ ਵਿੱਚ ਅਚਾਰ ਰੱਖਿਆ ਹੋਇਆ ਸੀ। ਨਾਲੇ ਇੱਕ ਕਟੋਰੀ ਵਿੱਚ ਦਹੀਂ ਪਾ ਕੇ ਸੋਨੂੰ ਨੂੰ ਕਿਹਾ, "ਸੋਨੂੰ ਪੁੱਤ, ਜਾ ਇਹ ਗੁਆਂਢ ਵਾਲੀ ਆਂਟੀ ਨੂੰ ਦੇ ਆ।" ਅਚਾਨਕ ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, "ਨੂੰ ਇੰਨਾ ਦੇਣ ਦੀ ਕੀ ਲੋੜ ਹੈ? ਜੇ ਖਾਣਾ ਬਚਦਾ ਹੈ ਤਾਂ ਇਸ ਨੂੰ ਬਚਾ ਲਾ। ਦੁਪਹਿਰ ਨੂੰ ਭੁੱਖ ਲੱਗੀ ਤਾਂ ਖਾ ਲਵਾਂਗੇ।" ਵੰਸ਼ਿਕਾ ਨੇ ਕਿਹਾ, "ਕੋਈ ਗੱਲ ਨਹੀਂ ਮੰਮੀ, ਰੀਮਾ ਨੂੰ ਮੇਰੇ ਹੱਥ ਦੇ ਬਣੇ ਪਰੌਂਠੇ ਬਹੁਤ ਪਸੰਦ ਨੇ। ਉਹ ਬਹੁਤ ਸ਼ੌਂਕ ਨਾਲ ਖਾਂਦੀ ਹੈ। ਦੁਪਹਿਰ ਤੱਕ ਭੁੱਖ ਲੱਗੀ ਤਾਂ ਕੁਝ ਪਕਾ ਲਵਾਂਗੀ।" ਇਹ ਕਹਿ ਕੇ ਉਸਨੇ ਭਰੀ ਪਲੇਟ ਸੋਨੂੰ ਨੂੰ ਦੇ ਦਿੱਤੀ। ਸੋਨੂੰ ਪਲੇਟ ਲੈ ਕੇ ਚਲਾ ਗਿਆ। ਅਸੀਂ ਨਾਸ਼ਤਾ ਖਤਮ ਕਰਕੇ ਬਾਹਰ ਸੋਫੇ 'ਤੇ ਬੈਠ ਗਏ। ਵੰਸ਼ਿਕਾ ਬਰਤਨ ਧੋਣ ਲਈ ਰਸੋਈ ਵਿੱਚ ਚਲੀ ਗਈ। ਥੋੜ੍ਹੀ ਦੇਰ ਬਾਅਦ ਸੋਨੂੰ ਆਇਆ ਤਾਂ ਮਾਂ ਨੇ ਪੁੱਛਿਆ, "ਬੇਟਾ, ਤੂੰ ਆਪਣੀ ਮਾਂ ਦੀ ਸਹੇਲੀ ਨੂੰ ਪਰੌਂਠੇ ਦਿੱਤੇ, ਭਾਂਡੇ ਨਹੀਂ ਲਿਆਇਆ?" ਸੋਨੂੰ ਨੇ ਆਪਣੀ ਦਾਦੀ ਦੀ ਗੱਲ ਸੁਣ ਕੇ ਕਿਹਾ, "ਦਾਦੀ, ਰੀਮਾ ਆਂਟੀ ਘਰ ਨਹੀਂ ਸੀ। ਹਾਂ, ਸਲੀਮ ਚਾਚਾ ਘਰ ਹੀ ਸੀ। ਉਹ ਪਰੌਂਠੇ ਲੈ ਕੇ ਖਾਣ ਲਈ ਬੈਠ ਗਿਆ ਸੀ ਤੇ ਕਿਹਾ, ਤੇਰੀ ਮਾਂ ਬਹੁਤ ਵਧੀਆ ਆਲੂ ਦੇ ਪਰੌਂਠੇ ਬਣਾਉਂਦੀ ਹੈ। ਤੂੰ ਚੰਗਾ ਕੀਤਾ ਪਰੌਂਠੇ ਲਿਆਇਆ। ਮੈਨੂੰ ਬਹੁਤ ਭੁੱਖ ਲੱਗੀ ਸੀ। ਤੇ ਦਾਦੀ ਜੀ, ਤੁਸੀਂ ਜਾਣਦੇ ਹੋ, ਸਲੀਮ ਅੰਕਲ ਮੰਮੀ ਦੀ ਬਹੁਤ ਤਾਰੀਫ ਕਰ ਰਹੇ ਸੀ। ਕਹਿ ਰਹੇ ਸੀ ਕਿ ਤੇਰੀ ਮੰਮੀ ਬਹੁਤ ਚੰਗੀ ਹੈ।" ਸੋਨੂੰ ਦੇ ਮੂੰਹੋਂ ਇਹ ਗੱਲ ਸੁਣ ਮੈਂ ਹੈਰਾਨ ਰਹਿ ਗਿਆ। ਮੈਂ ਸੋਨੂੰ ਨੂੰ ਆਪਣੇ ਕੋਲ ਬੁਲਾਇਆ, ਪਰ ਫਿਰ ਵੰਸ਼ਿਕਾ ਨੇ ਸੋਨੂੰ ਨੂੰ ਆਪਣੇ ਕੋਲ ਬੁਲਾ ਲਿਆ। ਮੰਮੀ ਨੇ ਕਿਹਾ, "ਇਹ ਕੀ ਗੱਲ ਹੈ? ਨੂੰਹ ਨੇ ਰੀਮਾ ਲਈ ਪਰਾਂਠੇ ਭੇਜੇ ਸਨ, ਪਰ ਰੀਮਾ ਘਰ ਨਹੀਂ ਸੀ। ਫਿਰ ਰੀਮਾ ਦਾ ਨਾਂ ਲੈ ਕੇ ਰੀਮਾ ਦੇ ਘਰ ਬਹੂ ਨੇ ਪਰੌਂਠੇ ਕਿਉਂ ਭੇਜੇ?" ਮੰਮੀ ਉਹੀ ਸਵਾਲ ਦੁਹਰਾ ਰਹੀ ਸੀ ਜੋ ਮੇਰੇ ਮਨ ਵਿੱਚ ਚੱਲ ਰਹੇ ਸਨ। ਮੈਂ ਉੱਠ ਕੇ ਕਮਰੇ ਵਿੱਚ ਚਲਾ ਗਿਆ। ਮੇਰਾ ਦਿਮਾਗ ਉਲਝਦਾ ਜਾ ਰਿਹਾ ਸੀ। ਵੰਸ਼ਿਕਾ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਰੀਮਾ ਘਰ ਵਿੱਚ ਨਹੀਂ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਤਾਂ ਰੀਮਾ ਤੋਂ ਚੀਨੀ ਲੈ ਕੇ ਆਈ ਸੀ। ਰੀਮਾ ਨੇ ਦੱਸਿਆ ਹੀ ਹੋਵੇਗਾ ਉਹ ਕਿਤੇ ਜਾ ਰਹੀ ਹੈ। ਫਿਰ ਉਸਨੇ ਰੀਮਾ ਦੇ ਨਾਂ 'ਤੇ ਪਰੌਂਠੇ ਕਿਉਂ ਭੇਜੇ? ਮੈਂ ਆਪਣੀ ਪਤਨੀ 'ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਵੰਸ਼ਿਕਾ ਨਾਲ ਲਵ ਮੈਰਿਜ ਕੀਤੀ ਸੀ। ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਦੋਂ ਮੈਂ ਆਪਣੀ ਮੰਮੀ ਨੂੰ ਆਪਣੀ ਪਸੰਦ ਬਾਰੇ ਦੱਸਿਆ ਤਾਂ ਉਹ ਤੁਰੰਤ ਮੰਨ ਗਈ ਸੀ, ਤੇ ਅੱਜ ਤੱਕ ਮੈਂ ਵੰਸ਼ਿਕਾ ਨਾਲ ਜੋ ਸਮਾਂ ਬਿਤਾਇਆ, ਹਾਸੇ ਖੁਸ਼ੀਆਂ ਨਾਲ ਹੀ ਗੁਜ਼ਾਰਿਆ ਸੀ। ਪਰ ਅੱਜ ਪਤਾ ਨਹੀਂ ਮੇਰੇ ਮਨ ਵਿੱਚ ਸ਼ੱਕ ਦਾ ਬੀਜ ਕਿਉਂ ਉੱਗਣ ਲੱਗਾ। ਪਰ ਮੈਂ ਨਹੀਂ ਚਾਹੁੰਦਾ ਸੀ ਕਿ ਵੰਸ਼ਿਕਾ ਲਈ ਮੇਰੇ ਦਿਲ ਵਿੱਚ ਸ਼ੱਕ ਦਾ ਬੀਜ ਉੱਗ ਜਾਵੇ, ਕਿਉਂਕਿ ਮੈਨੂੰ ਵੰਸ਼ਿਕਾ ਬਹੁਤ ਪਿਆਰ ਕਰਦੀ ਸੀ। ਇਸ ਲਈ ਮੈਂ ਸਾਰੇ ਭੈੜੇ ਵਿਚਾਰਾਂ ਨੂੰ ਛੱਡ ਦਿੱਤਾ, ਉੱਠ ਕੇ ਕੰਮ ਲਈ ਬਾਹਰ ਨਿਕਲ ਗਿਆ। ਮੇਰੇ ਘਰ ਪਹੁੰਚਣ ਤੱਕ ਸ਼ਾਮ ਹੋ ਚੁੱਕੀ ਸੀ। ਮੈਂ ਬਹੁਤ ਥੱਕਿਆ ਹੋਇਆ ਸੀ, ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਗਿਆ। ਮੈਂ ਕੁਝ ਦੇਰ ਵਿੱਚ ਹੀ ਸੌਂ ਗਿਆ। ਰਾਤ ਨੂੰ ਅਚਾਨਕ ਪਿਆਸ ਕਾਰਨ ਮੇਰੀ ਅੱਖ ਖੁੱਲ੍ਹ ਗਈ। ਜਦੋਂ ਸਮਾਂ ਦੇਖਿਆ, ਰਾਤ ਦੇ 11 ਵੱਜ ਚੁੱਕੇ ਸਨ। ਮੈਂ ਸ਼ਾਮ ਨੂੰ ਜਲਦੀ ਸੌਂ ਗਿਆ, ਇਸ ਲਈ ਸ਼ਾਇਦ ਜਲਦੀ ਹੀ ਮੇਰੀ ਅੱਖ ਖੁੱਲ੍ਹ ਗਈ। ਜਦੋਂ ਮੈਂ ਪਾਣੀ ਪੀਣ ਲਈ ਸਾਈਡ ਵਾਲੇ ਟੇਬਲ ਵੱਲ ਦੇਖਿਆ ਤਾਂ ਉੱਥੇ ਕੋਈ ਜੱਗ ਨਹੀਂ ਸੀ। ਜਦੋਂ ਮੈਂ ਆਪਣੇ ਬਰਾਬਰ ਦੇ ਬੈੱਡ ਵੱਲ ਦੇਖਿਆ ਤਾਂ ਵੰਸ਼ਿਕਾ ਉੱਥੇ ਨਹੀਂ ਸੀ। ਜਦੋਂ ਮੈਂ ਬਾਥਰੂਮ ਵੱਲ ਦੇਖਿਆ ਤਾਂ ਬਾਥਰੂਮ ਦੀ ਲਾਈਟ ਬੰਦ ਸੀ ਤੇ ਦਰਵਾਜ਼ਾ ਖੁੱਲ੍ਹਾ ਸੀ, ਕਿ ਯਾਨੀ ਵੰਸ਼ਿਕਾ ਬਾਥਰੂਮ ਵਿੱਚ ਵੀ ਨਹੀਂ ਸੀ। ਮੈਂ ਬਾਹਰ ਆ ਗਿਆ। ਰਸੋਈ ਵਿੱਚ ਵੀ ਵੰਸ਼ਿਕਾ ਨਹੀਂ ਸੀ। ਫਿਰ ਮੈਂ ਆਪਣੀ ਮਾਂ ਦੇ ਕਮਰੇ ਵੱਲ ਜਾ ਰਿਹਾ ਸੀ ਕਿ ਮੇਰੀ ਨਜ਼ਰ ਉੱਪਰ ਪੌੜੀਆਂ 'ਤੇ ਪਈ। ਪੌੜੀਆਂ ਦਾ ਦਰਵਾਜ਼ਾ ਖੁੱਲ੍ਹਾ ਸੀ। ਉੱਥੇ ਲਾਈਟ ਜਗ ਰਹੀ ਸੀ, ਮਤਲਬ ਵੰਸ਼ਿਕਾ ਉੱਪਰ ਛੱਤ 'ਤੇ ਸੀ। ਇਸ ਸਮੇਂ ਮੈਂ ਜਾਣਨ ਲਈ ਛੱਤ 'ਤੇ ਚੜ੍ਹ ਗਿਆ ਕਿ ਵੰਸ਼ਿਕਾ ਛੱਤ 'ਤੇ ਕੀ ਕਰ ਰਹੀ ਸੀ। ਵੰਸ਼ਿਕਾ ਛੱਤ ਉੱਪਰ ਦੀ ਕੰਧ ਦੇ ਨਾਲ ਖੜੀ ਸੀ, ਬਰਾਬਰ ਵਾਲੀ ਛੱਤ 'ਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ। ਮੇਰੇ ਕਦਮਾਂ ਦੀ ਆਵਾਜ਼ ਸੁਣ ਕੇ ਵੰਸ਼ਿਕਾ ਝੱਟ ਸਿੱਧੀ ਹੋ ਗਈ ਤੇ ਮੈਨੂੰ ਲੱਗਾ ਕਿ ਜਿਵੇਂ ਕੋਈ ਬਰਾਬਰ ਵਾਲੀ ਛੱਤ ਤੋਂ ਦੌੜ ਕੇ ਨੀਚੇ ਗਿਆ ਹੋਵੇ। ਮੈਂ ਆਪਣੇ ਨਾਲ ਵਾਲੀ ਛੱਤ 'ਤੇ ਜਾ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ।
ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀ। ਦੋ ਵਿਅਕਤੀਆਂ ਦੀਆਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਜਦੋਂ ਮੈਂ ਛੱਤ 'ਤੇ ਜਾ ਰਿਹਾ ਸੀ ਤਾਂ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀ। ਮੈਂ ਬਰਾਬਰ ਵਾਲੀ ਛੱਤ 'ਤੇ ਝੁਕ ਕੇ ਦੇਖਿਆ ਤਾਂ ਵੰਸ਼ਿਕਾ ਬੋਲੀ, ਤੁਸੀਂ ਉੱਥੇ ਕੀ ਦੇਖ ਰਹੇ ਹੋ? ਮੈਂ ਇੱਥੇ ਹਵਾ ਖਾਣ ਆਈ ਸੀ। ਹੇਠਾਂ ਬਹੁਤ ਗਰਮੀ ਸੀ। ਤੁਸੀਂ ਥੋੜ੍ਹਾ ਜਲਦੀ ਸੋ ਗਏ। ਗਰਮੀ ਕਾਰਨ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਤਾਜ਼ੀ ਹਵਾ ਲੈਣ ਲਈ ਛੱਤ 'ਤੇ ਆ ਗਈ। ਮੈਂ ਸ਼ੱਕੀ ਨਜ਼ਰਾਂ ਨਾਲ ਵੰਸ਼ਿਕਾ ਵੱਲ ਦੇਖਿਆ। ਇੰਨੇ ਸਮੇਂ ਵਿੱਚ ਉਸ ਨੇ ਆਪਣੀ ਘਬਰਾਹਟ ਨੂੰ ਦੂਰ ਕਰ ਲਿਆ ਸੀ, ਪਰ ਮੇਰੇ ਤੋਂ ਨਜ਼ਰਾਂ ਚੁਰਾ ਰਹੀ ਸੀ। ਉਹ ਮੇਰੀਆਂ ਅੱਖਾਂ ਦੀ ਗਰਮੀ ਤੋਂ ਬਚ ਕੇ ਹੇਠਾਂ ਵੱਲ ਚਲੀ ਗਈ। ਮੈਂ ਕਾਫ਼ੀ ਦੇਰ ਤੱਕ ਖੜ੍ਹਾ ਰਿਹਾ। ਸ਼ਾਇਦ ਕੋਈ ਵੰਸ਼ਿਕਾ ਨਾਲ ਗੱਲ ਕਰ ਰਿਹਾ ਸੀ। ਉਹ ਫਿਰ ਉੱਪਰ ਆਵੇਗਾ, ਪਰ 15-20 ਮਿੰਟ ਬਾਅਦ ਵੀ ਕੋਈ ਉੱਪਰ ਨਹੀਂ ਆਇਆ। ਇਸ ਲਈ ਮੈਂ ਵੀ ਹੇਠਾਂ ਉਤਰ ਕੇ ਕਮਰੇ ਵਿੱਚ ਆ ਗਿਆ। ਮੇਰੇ ਆਉਣ ਤੱਕ ਵੰਸ਼ਿਕਾ ਸੁੱਤੀ ਪਈ ਸੀ, ਪਰ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਮੈਂ ਸਾਰੀ ਰਾਤ ਜਾਗ ਕੇ ਕੱਟੀ। ਮੈਂ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਵੰਸ਼ਿਕਾ ਫਿਰ ਜਾਏਗੀ, ਪਰ ਉਹ ਮੁੜ ਕੇ ਨਹੀਂ ਗਈ। ਮੈਂ ਸੋਚਿਆ ਕਿ ਅਗਲੀ ਰਾਤ ਮੈਂ ਉਸ 'ਤੇ ਨਜ਼ਰ ਰੱਖਾਂਗਾ। ਉਹ ਕਦੋਂ ਜਾਂਦੀ ਹੈ, ਕਿਸ ਨਾਲ ਗੱਲ ਕਰਦੀ ਹੈ। ਪਰ ਅਗਲੀ ਰਾਤ ਵੀ ਵੰਸ਼ਿਕਾ ਛੱਤ 'ਤੇ ਨਹੀਂ ਗਈ। ਸ਼ਾਇਦ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਮੈਂ ਉਸ 'ਤੇ ਨਜ਼ਰ ਰੱਖ ਰਿਹਾ ਹਾਂ, ਇਸ ਲਈ ਉਹ ਸੁਚੇਤ ਹੋ ਗਈ। ਅਗਲੇ ਦਿਨ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਤਾਂ ਮੈਨੂੰ ਸਲੀਮ ਆਪਣੇ ਦਰਵਾਜ਼ੇ 'ਤੇ ਮਿਲਿਆ। ਸਲੀਮ ਨੂੰ ਦੇਖ ਕੇ ਮੈਨੂੰ ਗੁੱਸਾ ਆ ਗਿਆ। ਮੇਰਾ ਮੂਡ ਖਰਾਬ ਹੋ ਗਿਆ। ਮੈਂ ਨੇੜੇ ਆ ਕੇ ਕਿਹਾ, ਤੁਸੀਂ ਇੱਥੇ ਕੀ ਕਰ ਰਹੇ ਹੋ? ਅਜੇ ਮੈਂ ਸਲੀਮ ਨੂੰ ਕੁਝ ਪੁੱਛਣ ਹੀ ਵਾਲਾ ਸੀ, ਫਿਰ ਸੋਨੂੰ ਬਾਹਰ ਆਇਆ ਤੇ ਕਿਹਾ, ਇਹ ਲਓ, ਮਾਂ ਨੇ ਦਿੱਤਾ ਹੈ। ਸੋਨੂੰ ਨੇ ਕਟੋਰਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਤੇ ਜਿਸ ਵਿੱਚ ਨਿਕਲਦੀ ਖੁਸ਼ਬੂ ਤੋਂ ਮੈਂ ਪਛਾਣ ਸਕਦਾ ਸੀ ਕਿ ਇਸ ਵਿੱਚ ਬਿਰਯਾਨੀ ਸੀ। ਸਲੀਮ ਨੇ ਇਸ਼ਾਰਾ ਕਰਦਿਆਂ ਕਿਹਾ, ਰੋਹਿਤ ਜੀ, ਤੁਹਾਡੀ ਪਤਨੀ ਬਹੁਤ ਵਧੀਆ ਖਾਣਾ ਬਣਾਉਂਦੀ ਹੈ। ਤੁਹਾਡੀ ਘਰਵਾਲੀ ਦੁਆਰਾ ਬਣਾਇਆ ਭੋਜਨ ਖਾ ਕੇ ਮਨ ਖੁਸ਼ ਹੋ ਜਾਂਦਾ ਹੈ। ਇਹ ਕਹਿ ਕੇ ਰੋਹਿਤ ਆਪਣੇ ਘਰ ਵੱਲ ਚਲਾ ਗਿਆ ਤੇ ਮੈਂ ਗੁੱਸੇ ਨਾਲ ਉਬਲ ਰਿਹਾ ਸੀ। ਮੈਂ ਗੁੱਸੇ ਨਾਲ ਘਰ ਦੇ ਅੰਦਰ ਵੜਿਆ ਤੇ ਮੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ। ਮੈਂ ਸੋਚਿਆ ਸੀ ਕਿ ਅੱਜ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਦਿਆਂਗਾ ਕਿ ਇਹ ਸਭ ਕੀ ਹੈ, ਪਰ ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਘਰ ਵਿੱਚ ਕੁਝ ਮਹਿਮਾਨ ਮੌਜੂਦ ਸਨ। ਮੈਂ ਆਪਣੇ ਗੁੱਸੇ 'ਤੇ ਕਾਬੂ ਪਾਇਆ ਤੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਮਹਿਮਾਨਾਂ ਨੂੰ ਮਿਲਣ ਲੱਗਿਆ। ਸ਼ਾਮ ਨੂੰ ਜਦੋਂ ਵੰਸ਼ਿਕਾ ਸਾਰੇ ਮਹਿਮਾਨਾਂ ਤੇ ਕੰਮ ਤੋਂ ਵਿਹਲੀ ਹੋ ਕੇ ਕਮਰੇ ਵਿੱਚ ਆਈ ਤਾਂ ਮੈਂ ਉਸ ਨੂੰ ਮਹੀਨੇ ਦੇ ਘਰ ਦੇ ਖਰਚੇ ਲਈ ਪੈਸੇ ਦਿੱਤੇ। ਮੇਰਾ ਰਵੱਈਆ ਬਦਲਿਆ ਹੋਇਆ ਸੀ, ਉਸ ਨੇ ਮਹਿਸੂਸ ਕੀਤਾ, ਪਰ ਬਹੁਤਾ ਧਿਆਨ ਨਹੀਂ ਦਿੱਤਾ। ਮੇਰੇ ਹੱਥੋਂ ਪੈਸੇ ਲੈ ਕੇ ਉਹ ਗਿਣਨ ਲੱਗੀ। ਪੈਸੇ ਗਿਣਨ ਤੋਂ ਬਾਅਦ ਬੋਲੀ, ਮੈਨੂੰ ਇਸ ਮਹੀਨੇ ਕੁਝ ਹੋਰ ਪੈਸਿਆਂ ਦੀ ਲੋੜ ਹੈ। ਮੈਂ ਪਹਿਲਾਂ ਹੀ ਗੁੱਸੇ ਵਿੱਚ ਸੀ। ਉਸ ਦੀ ਗੱਲ ਸੁਣ ਮੈਨੂੰ ਹੋਰ ਗੁੱਸਾ ਆ ਗਿਆ। ਆਪਣੇ ਵੱਲੋਂ ਮੈਂ ਹਰ ਮਹੀਨੇ ਪੈਸੇ ਵੱਧ ਹੀ ਦਿੰਦਾ ਸੀ, ਪਰ ਫਿਰ ਵੀ ਇਸ ਮਹੀਨੇ ਵੰਸ਼ਿਕਾ ਨੂੰ ਪੈਸੇ ਘੱਟ ਕਿਉਂ ਨਜ਼ਰ ਆ ਰਹੇ ਸੀ। ਮੈਂ ਗੁੱਸੇ ਨਾਲ ਕਿਹਾ, ਧਿਆਨ ਨਾਲ ਦੇਖ, ਇਹ ਪੈਸੇ ਪਿਛਲੇ ਮਹੀਨੇ ਨਾਲੋਂ ਵੱਧ ਹਨ। ਮੇਰੀ ਗੱਲ ਸੁਣ ਕੇ ਵੰਸ਼ਿਕਾ ਨੇ ਕਿਹਾ, ਹਾਂ ਮੈਨੂੰ ਪਤਾ ਹੈ, ਪਰ ਮੈਨੂੰ ਇਸ ਮਹੀਨੇ ਹੋਰ ਜ਼ਿਆਦਾ ਪੈਸਿਆਂ ਦੀ ਲੋੜ ਹੈ। ਖਰਚੇ ਜ਼ਿਆਦਾ ਨੇ, ਪੈਸੇ ਪੂਰੇ ਨਹੀਂ ਹੁੰਦੇ। ਬਿਨਾਂ ਕੁਝ ਕਹੇ ਮੈਂ ਚੁੱਪਚਾਪ ਕੁਝ ਹੋਰ ਪੈਸੇ ਵੰਸ਼ਿਕਾ ਵੱਲ ਵਧਾ ਦਿੱਤੇ। ਅਗਲੇ ਦਿਨ ਜਦੋਂ ਮੈਂ ਜਾਗਿਆ ਤਾਂ ਵੰਸ਼ਿਕਾ ਘਰ ਵਿੱਚ ਸੀ। ਇੰਨੇ ਦਿਨੀਂ ਸ਼ਾਇਦ ਵੰਸ਼ਿਕਾ ਨੂੰ ਸ਼ੱਕ ਹੋ ਗਿਆ ਸੀ, ਇਸ ਲਈ ਉਹ ਘੱਟ ਹੀ ਬਾਹਰ ਜਾਂਦੀ ਸੀ। ਸ਼ਾਮ ਨੂੰ ਜਦੋਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਉਦੋਂ ਹੀ ਮੇਰੀ ਮਾਂ ਮੇਰੇ ਕਮਰੇ ਵਿੱਚ ਆ ਗਈ। ਕਹਿਣ ਲੱਗੀ, ਰੋਹਿਤ ਬੇਟਾ, ਤੂੰ ਵੰਸ਼ਿਕਾ ਨੂੰ ਕੁਝ ਪੈਸੇ ਦਿੱਤੇ ਸਨ? ਮੈਂ ਕਿਹਾ, ਹਾਂ ਮੰਮੀ ਜੀ, ਰਾਤ ਨੂੰ ਦਿੱਤੇ ਸੀ। ਘਰ ਦੇ ਖਰਚਿਆਂ ਲਈ ਦਿੱਤੇ ਸੀ। ਕੀ ਹੋਇਆ? ਤੁਸੀਂ ਇਸ ਤਰ੍ਹਾਂ ਕਿਉਂ ਪੁੱਛ ਰਹੇ ਹੋ? ਮਾਂ ਬੋਲੀ, ਸਾਡੀ ਗੁਆਂਢਣ ਗੀਤਾ ਅੱਜ ਮੈਨੂੰ ਮਿਲਣ ਆਈ ਸੀ। ਕਹਿਣ ਲੱਗੀ, ਇੰਜ ਲੱਗਦਾ ਕਿ ਤੇਰੇ ਬੇਟੇ ਦਾ ਕਾਰੋਬਾਰ ਚੰਗਾ ਚੱਲ ਰਿਹਾ ਹੈ। ਮੈਂ ਉਸ ਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕਹਿ ਰਹੀ ਏ? ਤਾਂ ਉਹ ਕਹਿਣ ਲੱਗੀ ਕਿ ਤੇਰੀ ਨੂੰਹ ਵੰਸ਼ਿਕਾ ਇੰਨੀ ਦਿਨੀਂ ਬਹੁਤ ਪੈਸੇ ਲੁਟਾਉਂਦੀ ਆ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਹ ਆਪਣੇ ਪੈਸੇ ਕਿੱਥੇ ਖਰਚ ਕਰਦੀ ਆ ਤਾਂ ਉਸ ਨੇ ਕਿਹਾ ਕਿ ਮੈਂ ਅੱਜ ਰੀਮਾ ਦੇ ਘਰ ਗਈ ਸੀ। ਥੋੜ੍ਹੀ ਦੇਰ ਵਿੱਚ ਤੇਰੀ ਨੂੰਹ ਆ ਗਈ। ਮੈਂ ਉਸ ਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਦੇਖੇ। ਵੰਸ਼ਿਕਾ ਨੇ ਉਹ ਸਾਰੇ ਪੈਸੇ ਮੇਰੇ ਤੋਂ ਛੁਪਾ ਕੇ ਰੀਮਾ ਨੂੰ ਦੇ ਦਿੱਤੇ, ਪਰ ਮੇਰੀਆਂ ਤਿੱਖੀਆਂ ਅੱਖਾਂ ਨੇ ਸਭ ਕੁਝ ਦੇਖ ਲਿਆ ਸੀ। ਤਾਂ ਪੁੱਤ ਰੋਹਿਤ, ਇਸ ਲਈ ਪੁੱਛ ਰਹੀ ਹਾਂ ਕਿ ਵੰਸ਼ਿਕਾ ਕਿਉਂ ਤੇਰੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਬਰਬਾਦ ਕਰ ਰਹੀ ਹੈ।
ਮੈਨੂੰ ਵੰਸ਼ਿਕਾ ਦੇ ਇਹ ਲੱਛਣ ਬਿਲਕੁਲ ਚੰਗੇ ਨਹੀਂ ਲੱਗੇ। ਮੰਮੀ ਦੇ ਸ਼ਬਦਾਂ ਨੇ ਮੇਰੇ ਸਰੀਰ ਵਿੱਚ ਅੱਗ ਬਾਲ ਦਿੱਤੀ ਸੀ। ਸ਼ੱਕ ਦਾ ਬੀਜ ਤਾਂ ਪਹਿਲਾਂ ਹੀ ਪੁੰਗਰ ਚੁੱਕਿਆ ਸੀ, ਹੁਣ ਸ਼ੱਕ ਵਿਸ਼ਵਾਸ ਵਿੱਚ ਬਦਲਣ ਲੱਗਿਆ ਸੀ। ਮੈਨੂੰ ਪਤਾ ਸੀ ਕਿ ਵੰਸ਼ਿਕਾ ਘਰ ਦੇ ਖਰਚੇ ਲਈ ਪੈਸੇ ਕਿੱਥੇ ਰੱਖਦੀ ਹੈ। ਮੈਂ ਝੱਟ ਵੰਸ਼ਿਕਾ ਦਾ ਪਰਸ ਕੱਢ ਲਿਆ। ਜਦੋਂ ਪੈਸੇ ਦੀ ਗਿਣਤੀ ਕੀਤੀ ਤਾਂ ਸ਼ੱਕ ਦਾ ਬੀਜ ਤਾਂ ਪਹਿਲਾਂ ਹੀ ਪੁੰਗਰ ਚੁੱਕਾ ਸੀ, ਹੁਣ ਸ਼ੱਕ ਵਿਸ਼ਵਾਸ ਵਿੱਚ ਬਦਲਣ ਲੱਗਾ ਸੀ। ਮੈਨੂੰ ਪਤਾ ਸੀ ਕਿ ਵੰਸ਼ਿਕਾ ਘਰ ਦੇ ਖਰਚੇ ਲਈ ਪੈਸੇ ਕਿੱਥੇ ਰੱਖਦੀ ਹੈ। ਮੈਂ ਝੱਟ ਵੰਸ਼ਿਕਾ ਦਾ ਪਰਸ ਕੱਢ ਲਿਆ। ਜਦੋਂ ਪਰਸ ਦੀ ਗਿਣਤੀ ਕੀਤੀ ਤਾਂ 5000 ਰੁਪਏ ਘੱਟ ਸੀ। ਗੁੱਸੇ ਵਿੱਚ ਮੈਂ ਪਰਸ ਲੈ ਕੇ ਸਿੱਧਾ ਰਸੋਈ ਵਿੱਚ ਵੰਸ਼ਿਕਾ ਕੋਲ ਗਿਆ। ਗੁੱਸੇ ਵਿੱਚ ਚੀਕਿਆ, 5000 ਰੁਪਏ ਕਿੱਥੇ ਗਏ? ਜਦੋਂ ਮੈਂ ਗੁੱਸੇ ਨਾਲ ਚੀਕਿਆ ਤਾਂ ਵੰਸ਼ਿਕਾ ਬਹੁਤ ਡਰ ਗਈ, ਇੱਥੋਂ ਤੱਕ ਕਿ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਹਕਲਾਉਂਦੇ ਹੋਏ ਬੋਲੀ, ਰੋਹਿਤ, ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਗੱਲ ਕਰ ਰਹੇ ਹੋ? ਜੇ ਮੈਂ ਇਸ ਤਰ੍ਹਾਂ ਗੱਲ ਨਾ ਕਰਾਂ ਤਾਂ ਫਿਰ ਕਿਵੇਂ ਗੱਲ ਕਰਾਂ? ਮੈਂ ਤੈਨੂੰ ਕੱਲ੍ਹ ਰਾਤ ਹੀ ਪੈਸੇ ਦਿੱਤੇ ਸੀ। 5000 ਇੰਨੀ ਜਲਦੀ ਕਿੱਥੇ ਖਰਚ ਗਏ? ਅੱਜ ਕੱਲ੍ਹ ਤੇਰਾ ਵਿਵਹਾਰ ਮੈਨੂੰ ਸ਼ੱਕੀ ਬਣਾ ਰਿਹਾ ਹੈ। ਬੀਤੀ ਰਾਤ ਵੀ ਮੈਂ ਤੈਨੂੰ ਕਿਸੇ ਨਾਲ ਗੱਲ ਕਰਦੇ ਸੁਣਿਆ, ਪਰ ਤੂੰ ਮੈਨੂੰ ਝੂਠ ਬੋਲਿਆ ਕਿ ਤੂੰ ਕਿਸੇ ਨਾਲ ਗੱਲ ਨਹੀਂ ਕਰ ਰਹੀ ਸੀ। ਮੈਨੂੰ ਦੱਸ ਕਿ ਤੂੰ ਮੇਰੇ ਨਾਲ ਧੋਖਾ ਕਿਉਂ ਕਰ ਰਹੀ ਹੈ? ਮੈਂ ਗਰਜਿਆ। ਅੱਜ ਮੇਰੇ ਗੁੱਸੇ ਦੀ ਕੋਈ ਹੱਦ ਨਹੀਂ ਰਹੀ ਸੀ। ਮੇਰਾ ਗੁੱਸਾ ਦੇਖ ਵੰਸ਼ਿਕਾ ਡਰ ਗਈ, ਪਰ ਫਿਰ ਆਪਣੇ ਆਪ 'ਤੇ ਥੋੜ੍ਹਾ ਕਾਬੂ ਰੱਖਦਿਆਂ ਕਿਹਾ, ਸੱਚ ਜਾਣਨਾ ਹੈ ਤਾਂ ਮੇਰੇ ਨਾਲ ਚੱਲੋ। ਉਸ ਨੇ ਮੇਰੇ ਹੱਥ ਵਿੱਚ ਇੱਕ ਭਾਂਡਾ ਦਿੱਤਾ ਤੇ ਮੇਰਾ ਹੱਥ ਫੜ ਕੇ ਉਹ ਮੈਨੂੰ ਟੁੱਟੀ ਭੱਜੀ ਹਾਲਤ ਵਾਲੇ ਘਰ ਦੇ ਸਾਹਮਣੇ ਲੈ ਗਈ। ਇਹ ਘਰ ਸਲੀਮ ਤੇ ਰੀਮਾ ਦਾ ਸੀ। ਵੰਸ਼ਿਕਾ ਨੇ ਟੁੱਟੇ ਹੋਏ ਦਰਵਾਜ਼ੇ ਦੀ ਕੁੰਡੀ ਖੋਲ੍ਹੀ ਤੇ ਅਸੀਂ ਦੋਵੇਂ ਅੰਦਰ ਚਲੇ ਗਏ। ਘਰ ਦੀ ਹਾਲਤ ਬਹੁਤ ਖਰਾਬ ਸੀ। ਇੱਕ ਇੱਕ ਸਮਾਨ ਵਿੱਚੋਂ ਗਰੀਬੀ ਟਪਕ ਰਹੀ ਸੀ। ਸਾਹਮਣੇ ਵਿਹੜੇ ਵਿੱਚ ਦੋ ਬੱਚੇ ਖਿਡੌਣਿਆਂ ਦੀ ਬਜਾਏ ਹੱਥਾਂ ਵਿੱਚ ਪੱਥਰ ਲੈ ਕੇ ਖੇਡ ਰਹੇ ਸੀ। ਮੈਂ ਤੁਰੰਤ ਉਹਨਾਂ ਕੱਪੜਿਆਂ ਨੂੰ ਪਛਾਣ ਗਿਆ ਜੋ ਉਹਨਾਂ ਬੱਚਿਆਂ ਨੇ ਪਹਿਨੇ ਹੋਏ ਸੀ। ਇਹ ਮੇਰੇ ਬੇਟੇ ਸੋਨੂ ਦੇ ਕੱਪੜੇ ਸਨ। ਜਿਵੇਂ ਹੀ ਉਹਨਾਂ ਬੱਚਿਆਂ ਨੇ ਮੇਰੇ ਹੱਥ ਵਿੱਚ ਪਲੇਟ ਦੇਖੀ, ਉਹਨਾਂ ਨੇ ਝੱਟ ਉਹ ਪਲੇਟ ਲੈ ਲਈ ਤੇ ਉਸ ਵਿੱਚ ਰੱਖਿਆ ਖਾਣਾ ਖਾਣ ਲੱਗੇ। ਉਹ ਫਟਾਫਟ ਖਾਣਾ ਖਾ ਰਹੇ ਸਨ, ਜਿਵੇਂ ਉਹ ਕਦੋਂ ਦੇ ਭੁੱਖੇ ਹੋਣ। ਮੈਂ ਹੈਰਾਨੀ ਨਾਲ ਮੂੰਹ ਖੋਲ੍ਹ ਕੇ ਉਹਨਾਂ ਬੱਚਿਆਂ ਨੂੰ ਖਾਣਾ ਖਾਂਦੇ ਦੇਖ ਰਿਹਾ ਸੀ। ਫਿਰ ਮੈਂ ਵੰਸ਼ਿਕਾ ਦੀ ਆਵਾਜ਼ ਸੁਣੀ, ਰੋਹਿਤ, ਜੇ ਇਹਨਾਂ ਬੱਚਿਆਂ ਦੀ ਥਾਂ ਸਾਡਾ ਪੁੱਤਰ ਸੋਨੂ ਹੁੰਦਾ। ਵੰਸ਼ਿਕਾ ਦੀ ਗੱਲ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਕਮਰੇ ਅੰਦਰੋਂ ਰੀਮਾ ਬਾਹਰ ਆਈ। ਉਹ ਬਹੁਤ ਕਮਜ਼ੋਰ ਹੋ ਗਈ ਸੀ। ਜਦੋਂ ਮੈਂ ਉਸ ਨੂੰ ਬਹੁਤ ਸਮਾਂ ਪਹਿਲਾਂ ਦੇਖਿਆ ਸੀ, ਉਹ ਚੰਗੀ ਭਲੀ ਸਿਹਤਮੰਦ ਸੀ। ਹੁਣ ਉਸ ਦਾ ਚਿਹਰਾ ਪੀਲਾ ਪੈ ਚੁੱਕਿਆ ਸੀ। ਰੀਮਾ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ, ਵੰਸ਼ਿਕਾ ਤੇ ਰੋਹਿਤ ਭਾਈ, ਆ ਜਾਓ, ਬਹਿ ਜਾਓ। ਉਸ ਨੇ ਦੋ ਟੁੱਟੀਆਂ ਕੁਰਸੀਆਂ ਵੱਲ ਇਸ਼ਾਰਾ ਕੀਤਾ ਤੇ ਖੁਦ ਟੁੱਟੀ ਹੋਈ ਮੰਜੀ 'ਤੇ ਬੈਠ ਗਈ। ਮੈਂ ਤੇ ਵੰਸ਼ਿਕਾ ਟੁੱਟੀਆਂ ਕੁਰਸੀਆਂ 'ਤੇ ਬੈਠ ਗਏ। ਰੀਮਾ ਨੇ ਫਿਰ ਕਿਹਾ, ਰੋਹਿਤ ਭਾਈ, ਅੱਜ ਇੱਥੋਂ ਦਾ ਰਸਤਾ ਕਿਵੇਂ ਭੁੱਲ ਗਏ? ਵੰਸ਼ਿਕਾ ਤਾਂ ਹਰ ਰੋਜ਼ ਆਉਂਦੀ ਰਹਿੰਦੀ ਆ ਮੇਰਾ ਹਾਲ ਚਾਲ ਪੁੱਛਣ। ਬਹੁਤ ਚੰਗੀ ਹੈ ਵੰਸ਼ਿਕਾ, ਰੱਬ ਅਜਿਹੇ ਗੁਆਂਢੀ ਸਭ ਨੂੰ ਦੇਵੇ। ਜਦੋਂ ਦਾ ਸਲੀਮ ਦੇ ਕਾਰੋਬਾਰ ਵਿੱਚ ਘਾਟਾ ਪਿਆ, ਸਾਡੀ ਭੁੱਖੇ ਰਹਿਣ ਦੀ ਨੌਬਤ ਆ ਗਈ। ਪੁਰਾਣਾ ਘਰ ਛੱਡ ਕੇ ਇਸ ਖੰਡਰ ਵਿੱਚ ਆ ਗਏ। ਇੰਨਾ ਕਰਜ਼ਾ ਸੀ ਕਿ ਸਭ ਕੁਝ ਵੇਚ ਕੇ ਕਰਜ਼ਾ ਚੁਕਾਉਣਾ ਪਿਆ। ਅਸੀਂ ਆਪ ਤਾਂ ਭੁੱਖੇ ਸੌ ਜਾਂਦੇ ਹਾਂ, ਪਰ ਬੱਚੇ ਭੁੱਖੇ ਨਾਲ ਤੜਫਦੇ ਨਹੀਂ ਦੇਖੇ ਜਾਂਦੇ। ਪਰ ਅਜਿਹੇ ਵਿੱਚ ਵੰਸ਼ਿਕਾ ਨੇ ਸਾਡੀ ਬਹੁਤ ਮਦਦ ਕੀਤੀ ਤੇ ਜੋ ਵੀ ਮਦਦ ਕੀਤੀ ਉਹ ਲੋਕਾਂ ਤੋਂ ਲੁਕ ਛਿਪ ਕੇ ਕੀਤੀ ਤਾਂ ਜੋ ਸਾਡੀ ਇੱਜ਼ਤ ਬਣੀ ਰਹੇ। ਮੇਰੇ ਘਰ ਦੇ ਭਾਂਡਿਆਂ ਵਿੱਚ ਆਪਣੇ ਘਰੋਂ ਖਾਣਾ ਲਿਆ ਕੇ ਦੇ ਜਾਂਦੀ ਹੈ। ਕਈ ਵਾਰ ਉਹ ਮੇਰੇ ਤੋਂ ਚੀਨੀ ਮਿਰਚ ਮਸਾਲੇ ਮੰਗਣ ਦੇ ਬਹਾਨੇ ਆਉਂਦੀ ਹੈ ਤੇ ਇਸ ਬਹਾਨੇ ਮੈਨੂੰ ਖੰਡ ਪੱਤੀ ਮਸਾਲੇ ਦੇ ਜਾਂਦੀ ਹੈ ਤਾਂ ਜੋ ਮੇਰੇ ਘਰ ਦਾ ਖਰਚਾ ਚੱਲੇ। ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ। ਜਿੰਨੀ ਤੁਸੀਂ ਮੇਰੀ ਮਦਦ ਕੀਤੀ, ਰੱਬ ਤੁਹਾਡੀ ਮਦਦ ਕਰੇਗਾ। ਜੇਕਰ ਵੰਸ਼ਿਕਾ ਨੇ ਸਾਡੀ ਇੰਨੀ ਮਦਦ ਨਾ ਕੀਤੀ ਹੁੰਦੀ ਤਾਂ ਪਤਾ ਨਹੀਂ ਮੇਰੇ ਬੱਚਿਆਂ ਦਾ ਕੀ ਹੁੰਦਾ। ਵੰਸ਼ਿਕਾ ਅੱਜ ਸਵੇਰੇ ਮੈਨੂੰ ਕੁਝ ਪੈਸੇ ਦੇ ਕੇ ਗਈ ਕਿਉਂਕਿ ਮੇਰੇ ਘਰ ਦਾ ਰਾਸ਼ਨ ਖਤਮ ਹੋ ਗਿਆ ਸੀ। ਕਹਿਣ ਲੱਗੀ, ਰੀਮਾ ਭੈਣ, ਕਿ ਮੇਰੇ ਤੋਂ ਪੈਸੇ ਲੈ ਲਓ, ਪਰ ਬੱਚਿਆਂ ਨੂੰ ਭੁੱਖਾ ਨਾ ਰੱਖੋ। ਘਰ ਵਿੱਚ ਮੈਂ ਅਜਿਹਾ ਰੁੱਖਾ ਸੁੱਖਾ ਭੋਜਨ ਪਕਾਉਂਦੀ ਹਾਂ, ਪਰ ਜਦੋਂ ਵੰਸ਼ਿਕਾ ਆਪਣੇ ਘਰ ਵਿੱਚ ਕੋਈ ਚੰਗੀ ਚੀਜ਼ ਪਕਾਉਂਦੀ ਹੈ ਤਾਂ ਮੇਰੇ ਬੱਚਿਆਂ ਨੂੰ ਜ਼ਰੂਰ ਦਿੰਦੀ ਹੈ। ਉਸ ਦਿਨ ਵੀ ਉਸਨੇ ਆਲੂ ਵਾਲੇ ਪਰੌਂਠੇ ਭੇਜੇ ਸਨ। ਸਲੀਮ ਨੂੰ ਪਰੌਂਠੇ ਬਹੁਤ ਪਸੰਦ ਆਏ। ਸੱਚਮੁੱਚ ਰੋਹਿਤ ਭਾਈ, ਤੁਹਾਡੀ ਪਤਨੀ ਹੀਰਾ ਹੈ।
ਮੇਰੇ ਬੱਚਿਆਂ ਦੇ ਦਿਲ ਤੇ ਮੇਰੇ ਦਿਲ ਤੋਂ ਨਿਕਲੀਆਂ ਅਸੀਸਾਂ ਤੁਹਾਨੂੰ ਜ਼ਰੂਰ ਲੱਗਣਗੀਆਂ। ਰੀਮਾ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਮੈਂ ਕੀ ਸਮਝਿਆ ਤੇ ਕਹਾਣੀ ਕੀ ਨਿਕਲੀ। ਮੈਂ ਆਪਣੀ ਪਤਨੀ 'ਤੇ ਸ਼ੱਕ ਕੀਤਾ। ਉਹ ਪਤਨੀ ਜੋ ਦੇਵੀ ਸਮਾਨ ਸੀ। ਮੈਂ ਆਪਣੇ ਆਪ ਨੂੰ ਬਹੁਤ ਗਿਰਿਆ ਹੋਇਆ ਮਹਿਸੂਸ ਕਰ ਰਿਹਾ ਸੀ। ਵੰਸ਼ਿਕਾ ਤੇ ਮੈਂ ਘਰ ਵਾਪਸ ਆ ਗਏ। ਮੈਂ ਸ਼ਰਮ ਕਾਰਨ ਵੰਸ਼ਿਕਾ ਨਾਲ ਅੱਖਾਂ ਨਹੀਂ ਸੀ ਮਿਲਾ ਸਕਦਾ। ਵੰਸ਼ਿਕਾ ਨੇ ਕਿਹਾ, ਰੋਹਿਤ, ਮੈਂ ਇਹ ਸਭ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਂ ਇਹਨਾਂ ਲੋਕਾਂ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੀ ਸੀ। ਰੋਹਿਤ, ਮੇਰਾ ਦਿਲ ਬਹੁਤ ਦੁਖਦਾ ਸੀ। ਅਸੀਂ ਚੰਗਾ ਚੰਗਾ ਖਾਣਾ ਖਾਂਦੇ ਸੀ, ਸਾਡੇ ਬੱਚੇ ਵੀ ਚੰਗਾ ਖਾਣਾ ਖਾਂਦੇ ਸੀ, ਪਰ ਆਂਢ ਗੁਆਂਢ ਦੇ ਬੱਚੇ ਭੁੱਖ ਨਾਲ ਤੜਫਦੇ ਰਹਿੰਦੇ ਸੀ ਤੇ ਅਸੀਂ ਆਪਣੇ ਫਰਿੱਜ ਭਰ ਭਰ ਰੱਖਿਆ ਅਗਲੇ ਦਿਨ ਤੱਕ। ਰੋਹਿਤ, ਕਿਉਂ? ਅਸੀਂ ਥੋੜ੍ਹਾ ਜ਼ਿਆਦਾ ਪਕਾ ਕੇ ਲੋੜਵੰਦਾਂ ਨੂੰ ਨਹੀਂ ਦੇ ਸਕਦੇ? ਅਸੀਂ ਆਪਣੀਆਂ ਲੋੜਾਂ ਘਟਾ ਕੇ ਕਿਸੇ ਹੋਰ ਦੇ ਘਰ ਦਾ ਚੁੱਲ੍ਹਾ ਕਿਉਂ ਨਹੀਂ ਜਲਾ ਸਕਦੇ? ਵੰਸ਼ਿਕਾ ਦੀਆਂ ਗੱਲਾਂ ਨੇ ਮੈਨੂੰ ਹਿਲਾ ਦਿੱਤਾ। ਉਹ ਸਹੀ ਸੀ। ਅਸੀਂ ਆਪਣੀ ਖੁਸ਼ੀ ਵਿੱਚ ਇੰਨੇ ਮਗਨ ਕਿਉਂ ਹੋ ਜਾਂਦੇ ਹਾਂ ਕਿ ਦੂਜਿਆਂ ਦੇ ਸੁੱਕੇ ਹੰਝੂ ਵੇਖ ਨਹੀਂ ਸਕਦੇ? ਅਸੀਂ ਕਿਸੇ ਪਰਾਏ ਬੱਚੇ ਦੀ ਭੁੱਖ ਕਿਉਂ ਨਹੀਂ ਮਹਿਸੂਸ ਕਰ ਸਕਦੇ? ਅਸੀਂ ਕਿਉਂ ਆਪਣਾ ਪੇਟ ਭਰਦੇ ਰਹਿੰਦੇ ਹਾਂ? ਮੈਂ ਵੰਸ਼ਿਕਾ ਨੂੰ ਪੁੱਛਿਆ, ਪਰ ਵੰਸ਼ਿਕਾ, ਤੂੰ ਇਹ ਸਭ ਕੁਝ ਲੁਕ ਛਿਪ ਕੇ ਕਿਉਂ ਕਰ ਰਹੀ ਸੀ? ਤੂੰ ਮੈਨੂੰ ਦੱਸ ਵੀ ਸਕਦੀ ਸੀ। ਵੰਸ਼ਿਕਾ ਨੇ ਕਿਹਾ, ਮੈਂ ਤੁਹਾਨੂੰ ਮੰਮੀ ਜੀ ਕਰਕੇ ਨਹੀਂ ਦੱਸਿਆ। ਜੇ ਮੈਂ ਦੱਸਿਆ ਹੁੰਦਾ ਤਾਂ ਮੰਮੀ ਜੀ ਮੈਨੂੰ ਅਜਿਹਾ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਾ ਦਿੰਦੇ, ਤੇ ਜੇ ਮੈਂ ਤੁਹਾਨੂੰ ਦੱਸਦੀ ਤਾਂ ਮੈਂ ਤੁਹਾਡੀ ਆਦਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਤੁਸੀਂ ਇਹ ਮਾਮਲਾ ਆਪਣੀ ਮਾਂ ਦੇ ਸਾਹਮਣੇ ਜ਼ਰੂਰ ਛੇੜਦੇ। ਇਸ ਲਈ ਮੈਂ ਇਸ ਗੱਲ ਨੂੰ ਆਪਣੇ ਤੱਕ ਸੀਮਤ ਰੱਖਿਆ। ਉਸ ਰਾਤ ਵੀ ਮੈਂ ਬਚਿਆ ਹੋਇਆ ਖਾਣਾ ਦੇਣ ਲਈ ਛੱਤ 'ਤੇ ਗਈ ਸੀ। ਪੌੜੀਆਂ 'ਤੇ ਆਵਾਜ਼ ਆਈ ਤਾਂ ਰੀਮਾ ਤੇਜ਼ੀ ਨਾਲ ਹੇਠਾਂ ਉਤਰ ਗਈ ਕਿਉਂਕਿ ਉਸ ਨੂੰ ਲੱਗਾ ਕਿ ਮੰਮੀ ਆ ਰਹੀ ਆ। ਅੱਜ ਮੈਨੂੰ ਵੰਸ਼ਿਕਾ 'ਤੇ ਮਾਣ ਮਹਿਸੂਸ ਹੋ ਰਿਹਾ ਸੀ। ਮੈਂ ਉਸ ਵੱਲ ਪਿਆਰ ਨਾਲ ਦੇਖਿਆ ਤੇ ਉਸ ਦੇ ਹੱਥ ਚੁੰਮੇ। ਤੇਰੇ ਵਰਗੀ ਔਰਤ 'ਤੇ ਸ਼ੱਕ ਕਰਨ ਲਈ ਵੰਸ਼ਿਕਾ, ਮੈਨੂੰ ਮਾਫ਼ ਕਰ ਦੇ। ਵੰਸ਼ਿਕਾ ਨੇ ਮੁਸਕਰਾਉਂਦੇ ਹੋਏ ਕਿਹਾ, ਨਹੀਂ ਰੋਹਿਤ, ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ। ਤੁਹਾਨੂੰ ਮਾਫ਼ੀ ਮੰਗਣ ਦੀ ਵੀ ਕੋਈ ਲੋੜ ਨਹੀਂ। ਮੈਂ ਕਿਹਾ, ਨਹੀਂ ਵੰਸ਼ਿਕਾ, ਹੁਣ ਤੂੰ ਇਸ ਕੰਮ ਵਿੱਚ ਇਕੱਲੀ ਨਹੀਂ। ਮੈਂ ਵੀ ਤੇਰਾ ਸਾਥ ਦੇਵਾਂਗਾ ਤੇ ਮੰਮੀ ਜੀ ਵੀ ਇਸ ਕੰਮ ਵਿੱਚ ਸਾਡਾ ਸਾਥ ਦੇਣਗੇ। ਸਾਨੂੰ ਉਹਨਾਂ ਦੀ ਸੋਚ ਬਦਲਣੀ ਪਵੇਗੀ। ਮੈਂ ਸਲੀਮ ਲਈ ਦੁਕਾਨ ਦਾ ਇੰਤਜ਼ਾਮ ਕਰਵਾ ਦਿੱਤਾ। ਉਹ ਹਰ ਰੋਜ਼ ਦੁਕਾਨ 'ਤੇ ਬੈਠਦਾ ਹੈ। ਹੁਣ ਉਸ ਦੇ ਘਰ ਰੋਜ਼ ਚੁੱਲ੍ਹਾ ਬਲਦਾ ਹੈ। ਮੇਰਾ ਕਾਰੋਬਾਰ ਵੀ ਦਿਨ ਰਾਤ ਚੌਗਣੀ ਤਰੱਕੀ ਕਰ ਰਿਹਾ ਸੀ ਕਿਉਂਕਿ ਇਹ ਸਭ ਉਹਨਾਂ ਲੋਕਾਂ ਦੀਆਂ ਅਸੀਸਾਂ ਦਾ ਨਤੀਜਾ ਸੀ। ਦੋਸਤੋ, ਗਰੀਬਾਂ ਦੀ ਮਦਦ ਜ਼ਰੂਰ ਕਰੋ। ਗਰੀਬਾਂ ਤੋਂ ਬਦਲੇ ਵਿੱਚ ਭਾਵੇਂ ਕੁਝ ਨਾ ਮਿਲੇ, ਪਰ ਉਹਨਾਂ ਤੋਂ ਅਸੀਸਾਂ ਦਾ ਅਨਮੋਲ ਖਜ਼ਾਨਾ ਜ਼ਰੂਰ ਮਿਲਦਾ ਹੈ। ਧੰਨਵਾਦ ਜੀ। ਪੰਜਾਬੀ ਆਵਾਜ਼ ਕਹਾਣੀਆਂ ਸੁਣਨ ਲਈ ਤੁਹਾਡਾ ਧੰਨਵਾਦ। ਹਰ ਰੋਜ਼ 8:30 ਵਜੇ ਤੁਸੀਂ ਸੁਣ ਸਕਦੇ ਹੋ ਨਵੀਂ ਕਹਾਣੀ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਬਟਨ ਦੀ ਘੰਟੀ ਨੂੰ ਔਨ ਕਰ ਲਿਓ ਤਾਂ ਜੋ ਹਰ ਨਵੀਂ ਕਹਾਣੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਆਪਦਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੀ।